ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਮੈਂ ਜਾਣਦੀ ਹਾਂ ਕਿ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਹੋ, ਬਹੁਤ ਮਿਹਨਤ ਕਰਦੇ ਹੋ ਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਇਹ ਪੇਪਰ ਜੋ ਵੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਹ ਕਲੀਅਰ ਕਰ ਲੈਣਾ ਹੈ। ਤਾਂ ਤੁਸੀਂ ਬਹੁਤ ਵਧੀਆ ਤਰ੍ਹਾਂ ਪੜ੍ਹਦੇ ਹੋ। ਵਿੱਚ ਪੜ੍ਹਦੇ ਸ਼ਬਦ ਜੋ ਹੈ ਉਹ ਸਾਨੂੰ ਕਿਸੇ ਕੰਮ ਦੇ ਹੋਣ ਦਾ ਪਤਾ ਦੱਸਦਾ ਹੈ ਕਾਲ ਸਹਿਤ, ਠੀਕ ਹੈ। ਤੇ ਤੁਸੀਂ ਕੱਲ ਵਾਲਾ ਪਾਠ ਵੀ ਬਹੁਤ ਵਧੀਆ ਤਰ੍ਹਾਂ ਪੜ੍ਹਿਆ ਸੀ, ਬਹੁਤ ਚੰਗੀ ਤਰ੍ਹਾਂ ਪੜ੍ਹਿਆ ਸੀ। ਤਾਂ ਇੱਥੇ ਜੋ ਪੜ੍ਹਿਆ ਸ਼ਬਦ ਹੈ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਹੋਇਆ ਸੀ ਬੀਤੇ ਸਮੇਂ ਦੇ ਵਿੱਚ। ਤਾਂ ਕਿਸੇ ਕੰਮ ਦੇ ਹੋਣ ਦਾ ਸਾਨੂੰ ਪਤਾ ਲੱਗਦਾ ਹੈ ਕਾਲ ਸਹਿਤ ਜਿਹੜੇ ਸ਼ਬਦਾਂ ਤੋਂ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕਿਰਿਆ ਕਹਿੰਦੇ ਹਾਂ। ਤਾਂ ਇਹ ਤਾਂ ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਇਹ ਕਰ ਹੀ ਚੁੱਕੇ ਹਾਂ। ਜੋ ਵੀ ਡੈਫੀਨੇਸ਼ਨ ਹੁੰਦੀ ਹੈ, ਪਰਿਭਾਸ਼ਾ ਹੁੰਦੀ ਹੈ, ਉਹ ਅਸੀਂ ਮਤਲਬ ਪਹਿਲਾਂ ਛੋਟੇ ਹੁੰਦਿਆਂ ਨੇ ਚੰਗੀ ਤਰ੍ਹਾਂ ਯਾਦ ਉਹ ਕੀਤਾ ਹੋਇਆ। ਤਾਂ ਹੁਣ ਆਪਾਂ ਪਰਿਭਾਸ਼ਾ ਨੂੰ ਰੱਟਾ ਨਹੀਂ ਲਗਾਉਣਾ, ਹੁਣ ਆਪਾਂ MCQs ਦੇ ਰਾਹੀਂ ਉਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਤਾਂ ਕਿਉਂਕਿ ਕਈ ਵਾਰੀ ਇਹ ਹੁੰਦਾ ਹੈ ਕਿ ਪਰਿਭਾਸ਼ਾ ਤਾਂ ਯਾਦ ਕਰ ਲੈਂਦੇ ਹਾਂ ਪਰ ਸਾਨੂੰ ਅਪਲਾਈ ਕਰਨਾ ਨਹੀਂ ਆਉਂਦਾ, ਸਾਨੂੰ ਸਮਝ ਨਹੀਂ ਆਉਂਦਾ ਕਿ ਕੁਐਸਚਨਸ ਨੂੰ ਅਟੈਂਪਟ ਕਿਸ ਤਰ੍ਹਾਂ ਕਰਨਾ ਹੈ। ਤਾਂ ਉਹੀ ਅਸੀਂ ਇੱਥੇ ਆਪਣੀ ਪ੍ਰੈਕਟਿਸ ਇਸੇ ਲਈ ਅਸੀਂ MCQs ਦੇ ਰਾਹੀਂ ਕਰਦੇ ਹਾਂ। ਤਾਂ ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹਦੇ ਹੋ ਤਾਂ ਤੁਸੀਂ ਬਹੁਤ ਸਿਆਣੇ ਬੱਚੇ ਹੋ। ਇੱਥੇ ਸਿਆਣਾ ਸ਼ਬਦ ਜੋ ਹੈ ਉਹ ਕੀ ਹੈ, ਉਹ ਵਿਸ਼ੇਸ਼ਣ ਹੈ, ਠੀਕ ਹੈ। ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੇ ਨਾਲ ਆ ਕੇ ਉਹਦੇ ਗੁਣ ਔਗੁਣ ਜਾਂ ਗਿਣਤੀ ਮਾਪ ਤੋਲ ਬਾਰੇ ਦੱਸਦੇ ਹਨ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਵਿਸ਼ੇਸ਼ਣ ਕਹਿੰਦੇ ਹਾਂ, ਠੀਕ ਹੈ। ਜਿਵੇਂ ਸੋਹਣਾ ਬੱਚਾ, ਲਾਲ ਛਤਰੀ, ਕਾਲਾ ਪੈਨ। ਤਾਂ ਕਾਲਾ ਕੀ ਹੈ ਇੱਥੇ ਸਾਡੇ ਕੋਲ, ਕਾਲਾ ਜਾਂ ਗ੍ਰੇ ਪੈਨ। ਤਾਂ ਗ੍ਰੇ ਕੀ ਹੈ ਸਾਡੇ ਕੋਲ ਇੱਥੇ, ਵਿਸ਼ੇਸ਼ਣ ਹੈ, ਠੀਕ ਹੈ। ਤਾਂ ਜਿਵੇਂ ਅਸੀਂ ਸੋਹਣਾ ਬੱਚਾ ਜੇ ਲਿਖਦੇ ਹਾਂ, ਸੋਹਣਾ ਬੱਚਾ, ਤਾਂ ਇਸ ਦੇ ਵਿੱਚ ਸੋਹਣਾ ਸਾਨੂੰ ਪਤਾ ਹੈ ਕਿ ਵਿਸ਼ੇਸ਼ਣ ਹੈ ਤੇ ਜਿਸ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ, ਬੱਚੇ ਦੀ ਇਹ ਵਿਸ਼ੇਸ਼ਤਾ ਦੱਸ ਰਿਹਾ ਹੈ ਸੋਹਣਾ ਸ਼ਬਦ, ਤਾਂ ਬੱਚਾ ਕੀ ਹੈ, ਵਿਸ਼ੇਸ਼। ਤਾਂ ਇਹ ਅਸੀਂ ਦੋ ਸ਼ਬਦ ਇਹ ਧਿਆਨ ਦੇ ਵਿੱਚ ਰੱਖਣੇ ਹਨ, ਠੀਕ ਹੈ। ਤਾਂ ਚਲੋ ਹੁਣ ਆਪਾਂ MCQs ਸ਼ੁਰੂ ਕਰ ਲੈਂਦੇ ਹਾਂ। ਪਹਿਲਾ ਕੁਐਸਚਨ ਜੋ ਹੈ ਸਾਡਾ, ਸੁਰੇਸ਼ ਮਹੇਸ਼ ਨਾਲੋਂ ਸੋਹਣਾ ਹੈ ਵਿੱਚ ਨਾਲੋਂ ਸੋਹਣਾ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ। ਤਾਂ ਦੇਖਦੇ ਹਾਂ ਇੱਥੇ ਦੇਖੋ, ਜੇ ਸਾਡੇ ਕੋਲ ਸਿਰਫ ਇਹ ਦਿੱਤਾ ਹੁੰਦਾ ਕਿ ਸੁਰੇਸ਼ ਸੋਹਣਾ ਹੈ ਤਾਂ ਸੋਹਣਾ ਸ਼ਬਦ ਕੀ ਸੀ, ਵਿਸ਼ੇਸ਼ਣ ਹੈ। ਹੁਣ ਸਾਡੇ ਕੋਲ ਕੀ ਹੈ, ਇਹ ਸੋਹਣਾ ਸ਼ਬਦ ਵਿਸ਼ੇਸ਼ਣ ਦੀ ਕਿਹੜੀ ਟਾਈਪ ਹੈ, ਇਹ ਹੈ ਗੁਣਵਾਚਕ ਵਿਸ਼ੇਸ਼ਣ। ਜਿਹੜੇ ਵਿਸ਼ੇਸ਼ਣ ਨਾਂਵ ਜਾਂ ਪੜਨਾਂਵ ਦੇ ਨਾਲ ਆ ਕੇ ਉਹਦੇ ਗੁਣ ਔਗੁਣ ਦੱਸਦੇ ਨੇ ਉਹਨਾਂ ਨੂੰ ਅਸੀਂ ਗੁਣਵਾਚਕ ਵਿਸ਼ੇਸ਼ਣ ਕਹਿ ਦਿੰਦੇ ਹਾਂ, ਠੀਕ ਹੈ। ਗੁਣਵਾਚਕ ਵਿਸ਼ੇਸ਼ਣ ਦੀਆਂ ਅੱਗੇ ਕਈ ਮਤਲਬ ਅਵਸਥਾਵਾਂ ਹੁੰਦੀਆਂ ਨੇ, 3 ਅਵਸਥਾਵਾਂ ਹੁੰਦੀਆਂ ਹਨ, ਠੀਕ ਹੈ। ਸਭ ਤੋਂ ਪਹਿਲੀ ਅਵਸਥਾ ਹੁੰਦੀ ਹੈ ਸਧਾਰਨ ਅਵਸਥਾ, ਜਿਸ ਦੇ ਵਿੱਚ ਵਿਸ਼ੇਸ਼ ਜੋ ਹੁੰਦਾ ਹੈ, ਜਿਸ ਤਰ੍ਹਾਂ ਸੁਰੇਸ਼ ਸੋਹਣਾ ਹੈ ਤਾਂ ਸੁਰੇਸ਼ ਵਿਸ਼ੇਸ਼ ਹੈ, ਜਿਸ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ। ਤਾਂ ਇੱਥੇ ਕੀ ਹੈ ਸਾਡੇ ਕੋਲ, ਉਸ ਦੀ ਕਿਸੇ ਦੇ ਨਾਲ ਤੁਲਨਾ ਨਹੀਂ ਕੀਤੀ ਜਾਂਦੀ, ਠੀਕ ਹੈ। ਦੋ ਵਿਸ਼ੇਸ਼ਾਂ ਦੀ ਆਪਸ ਦੇ ਵਿੱਚ ਤੁਲਨਾ ਨਹੀਂ ਕੀਤੀ ਜਾਂਦੀ, ਰਾਈਟ। ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ, ਠੀਕ ਹੈ। ਤੇ ਜੇ ਸਾਡੇ ਕੋਲ ਦੋ ਮਤਲਬ ਵਿਅਕਤੀ ਹੋਣ ਜਾਂ ਜੋ ਵੀ ਵਿਸ਼ੇਸ਼ ਹਨ, ਜੋ ਸਾਡੇ ਕੋਲ ਦੋ ਹਨ ਤੇ ਉਹਨਾਂ ਦੇ ਵਿੱਚ ਇੱਕੋ ਹੀ ਗੁਣ ਜਾਂ ਔਗੁਣ ਦੇ ਲਈ ਤੁਲਨਾ ਕੀਤੀ ਜਾ ਰਹੀ ਹੈ, ਠੀਕ ਹੈ। ਤਾਂ ਉਹ ਸਾਡੀ ਹੁੰਦੀ ਹੈ ਅਧਿਕਤਰ ਅਵਸਥਾ। ਜਿਸ ਤਰ੍ਹਾਂ ਅਸੀਂ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ, ਡਿਗਰੀਜ਼ ਪੜ੍ਹਦੇ ਹਾਂ ਅਸੀਂ, ਗੁੱਡ, ਬੈਟਰ, ਬੈਸਟ। ਤਾਂ ਬੈਟਰ ਦੇ ਵਿੱਚ ਕੀ ਹੁੰਦਾ ਹੈ, ਗੁੱਡ ਕੀ ਹੁੰਦਾ ਹੈ ਕਿ ਹੀ ਇਜ਼ ਅ ਗੁੱਡ ਬॉय। ਤਾਂ ਗੁੱਡ ਕੀ ਹੈ, ਇੱਥੇ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਰਹੀ। ਬੈਟਰ ਦੇ ਵਿੱਚ ਦੋ ਬੰਦਿਆਂ ਦੇ ਵਿੱਚ ਤੁਲਨਾ ਕੀਤੀ ਜਾ ਰਹੀ ਹੈ। ਅਧਿਕਤਰ ਦੇ ਵਿੱਚ ਦੋ ਬੰਦਿਆਂ ਦੇ ਵਿੱਚ ਤੁਲਨਾ ਕੀਤੀ ਜਾਂਦੀ ਹੈ, ਠੀਕ ਹੈ। ਤੇ ਅਧਿਕਤਮ ਕੀ ਹੁੰਦਾ ਹੈ, ਜਿਹੜਾ ਸਾਰਿਆਂ ਤੋਂ ਸੋਹਣਾ ਹੈ, ਸਾਰਿਆਂ ਤੋਂ ਚੰਗਾ ਹੈ, ਸਾਰਿਆਂ ਤੋਂ ਗੰਦਾ ਹੈ, ਠੀਕ ਹੈ। ਇਹ ਜ਼ਰੂਰੀ ਨਹੀਂ ਕਿ ਗੁਣ ਹੀ ਦੱਸਿਆ ਜਾਏ, ਔਗੁਣ ਵੀ ਦੱਸਿਆ ਜਾਂਦਾ ਹੈ, ਠੀਕ ਹੈ। ਤਾਂ ਵਿਸ਼ੇਸ਼ਣ ਤਾਂ ਕੋਈ ਵੀ ਹੋ ਸਕਦਾ ਹੈ, ਮਾੜਾ ਸੁਭਾਅ, ਇਹ ਵੀ ਉਸਦਾ ਸੁਭਾਅ ਬਹੁਤ ਮਾੜਾ ਹੈ, ਤਾਂ ਔਗੁਣ ਵੀ ਵਿਸ਼ੇਸ਼ਣ ਹੁੰਦੇ ਨੇ, ਠੀਕ ਹੈ। ਤਾਂ ਉਹ ਹੁੰਦੀ ਹੈ ਸਾਡੇ ਕੋਲ ਅਧਿਕਤਮ ਅਵਸਥਾ ਕਿ ਰਾਮ ਸਾਰੇ ਕਲਾਸ 'ਚੋਂ ਹੁਸ਼ਿਆਰ ਬੱਚਾ ਹੈ। ਤਾਂ ਸਭ ਨਾਲੋਂ ਹੁਸ਼ਿਆਰ ਜੋ ਹੈ ਇੱਥੇ ਸਾਡੇ ਕੋਲ ਅਧਿਕਤਮ ਅਵਸਥਾ ਆਏਗੀ ਗੁਣਵਾਚਕ ਵਿਸ਼ੇਸ਼ਣ ਦੀ, ਠੀਕ ਹੈ। ਤਾਂ ਸੁਰੇਸ਼ ਮਹੇਸ਼ ਨਾਲੋਂ ਸੋਹਣਾ ਹੈ, ਹੁਣ ਇਹ ਤਾਂ ਸਾਨੂੰ ਪਤਾ ਹੈ ਕਿ ਇਹ ਗੁਣਵਾਚਕ ਵਿਸ਼ੇਸ਼ਣ ਹੈ। ਤਾਂ ਇੱਥੇ ਦੋ ਮਤਲਬ ਬੰਦਿਆਂ ਦੀ ਅਸੀਂ ਤੁਲਨਾ ਕਰ ਰਹੇ ਹਾਂ। ਕਿਹੜੇ ਗੁਣ ਨੂੰ ਲੈ ਕੇ ਸੋਹਣਾ ਅਸੀਂ ਦੇਖ ਰਹੇ ਹਾਂ ਕਿ ਇੱਕੋ ਗੁਣ ਨੂੰ ਲੈ ਕੇ ਦੋ ਦੀ ਤੁਲਨਾ ਕਰ ਰਹੇ ਹਾਂ। ਤਾਂ ਸਾਡੇ ਕੋਲ ਇਹ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਬਣੇਗੀ
ਸਧਾਰਨ ਅਵਸਥਾ ਬਣੇਗੀ ਜਾਂ ਅਧਿਕਤਰ ਅਵਸਥਾ ਬਣੇਗੀ ਜਾਂ ਇਹ ਪਰਿਮਾਣਵਾਚਕ ਵਿਸ਼ੇਸ਼ਣ ਹੈ। ਪਰਿਮਾਣਵਾਚਕ ਵਿਸ਼ੇਸ਼ਣ ਬਾਰੇ ਅਸੀਂ ਅੱਗੇ ਪੜ੍ਹਦੇ ਹਾਂ। ਪਰਿਮਾਣਵਾਚਕ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਪਰਿਮਾਣ ਕੀ ਹੁੰਦਾ ਹੈ? ਜਦੋਂ ਮਤਲਬ ਜਿਹੜੀਆਂ ਚੀਜ਼ਾਂ ਮਾਪੀਆਂ ਜਾਂ ਤੋਲੀਆਂ ਜਾਣ ਉਹਨਾਂ ਵਾਸਤੇ ਇਹ ਸ਼ਬਦ ਅਸੀਂ ਵਰਤਦੇ ਹਾਂ। ਠੀਕ ਹੈ, ਤਾਂ ਗੁਣਵਾਚਕ ਵਿਸ਼ੇਸ਼ਣ ਦੀ ਇੱਥੇ ਅਧਿਕਤਰ ਅਵਸਥਾ ਅਸੀਂ ਦੇਖ ਰਹੇ ਹਾਂ, ਤਾਂ ਸਾਡਾ ਆਨਸਰ ਇੱਥੇ ਆ ਜਾਏਗਾ ਸੀ। ਨੈਕਸਟ ਦੇਖ ਲੈਂਦੇ ਹਾਂ, ਇਹ ਕਿਤਾਬ ਉਸ ਮੇਜ਼ ਤੇ ਪਈ ਸੀ ਵਿੱਚ ਇਹ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? ਤਾਂ ਇਹ ਜੋ ਸ਼ਬਦ ਹੈ ਇਸ ਵਾਕ ਦੇ ਵਿੱਚ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਇਹ ਅਸੀਂ ਦੱਸਣਾ ਹੈ। ਇਹ ਕਿਤਾਬ ਉਸ ਮੇਜ਼ ਤੇ ਪਈ ਸੀ, ਤਾਂ ਇਹ ਨਿਸ਼ਚੈਵਾਚਕ ਵਿਸ਼ੇਸ਼ਣ ਹੈ, ਪੜਨਾਵੀ ਵਿਸ਼ੇਸ਼ਣ ਹੈ, ਗੁਣਵਾਚਕ ਵਿਸ਼ੇਸ਼ਣ ਹੈ ਜਾਂ ਗਿਣਤੀਵਾਚਕ ਵਿਸ਼ੇਸ਼ਣ ਹੈ। ਤਾਂ ਦੇਖੋ ਇਹ ਕਿਤਾਬ ਮਤਲਬ ਇਹ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਕਿਤਾਬ ਸਾਨੂੰ ਦਿਖ ਰਹੀ ਹੈ, ਸਾਹਮਣੇ ਪਈ ਹੋਈ ਦਿਖ ਰਹੀ ਹੈ। ਠੀਕ ਹੈ, ਜਿਹੜੇ ਵਿਸ਼ੇਸ਼ਣ ਸਾਹਮਣੇ ਦਿਖ ਰਹੀਆਂ ਚੀਜ਼ਾਂ ਵੱਲ ਇਸ਼ਾਰਾ ਕਰਕੇ, ਠੀਕ ਹੈ, ਵਿਸ਼ੇਸ਼ਤਾ ਦੱਸਣ, ਠੀਕ ਹੈ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਵਿਸ਼ੇਸ਼ ਦੀ ਜੋ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਨਿਸ਼ਚੈਵਾਚਕ ਵਿਸ਼ੇਸ਼ਣ। ਠੀਕ ਹੈ, ਤਾਂ ਨਿਸ਼ਚੈਵਾਚਕ ਵਿਸ਼ੇਸ਼ਣ ਇਹ ਦੋ ਤਰ੍ਹਾਂ ਦਾ ਹੁੰਦਾ ਹੈ, ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਤੇ ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਨਿਕਟਵਰਤੀ ਜਿਹੜੀਆਂ ਨੇੜੇ ਪਈਆਂ ਹੋਈਆਂ ਚੀਜ਼ਾਂ ਹੋਣ, ਠੀਕ ਹੈ, ਜਿਸ ਤਰ੍ਹਾਂ ਇਹ, ਇਸ, ਇਹ, ਇਹਨਾਂ, ਠੀਕ ਹੈ, ਤੇ ਜਿਹੜੀਆਂ ਦੂਰਵਰਤੀ ਹੁੰਦੀਆਂ ਨੇ ਉਹ ਹੁੰਦੀਆਂ ਉਹ, ਉਸ। ਠੀਕ ਹੈ, ਤਾਂ ਇਹ ਆ ਗਿਆ ਸਾਡੇ ਕੋਲ ਨਿਸ਼ਚੈਵਾਚਕ ਵਿਸ਼ੇਸ਼ਣ, ਇਹ ਆਪਸ਼ਨ। ਨੈਕਸਟ ਹੈ ਇੱਕ ਲੜਕਾ ਪੜ੍ਹ ਰਿਹਾ ਹੈ ਵਿੱਚ ਕਿਹੜਾ ਸ਼ਬਦ ਵਿਸ਼ੇਸ਼ਣ ਹੈ? ਤਾਂ ਦੇਖੋ ਇੱਕ ਲੜਕਾ ਪੜ੍ਹ ਰਿਹਾ ਹੈ, ਸਾਨੂੰ ਵਾਕ ਦਿੱਤਾ ਹੋਇਆ, ਅਸੀਂ ਇਸ ਦੇ ਵਿੱਚੋਂ ਵਿਸ਼ੇਸ਼ਣ ਲੱਭਣਾ। ਇੱਕ ਲੜਕਾ ਪੜ੍ਹ ਰਿਹਾ ਹੈ, ਦੇਖੋ ਜੇ ਸਾਡੇ ਕੋਲ ਇੱਕ ਨਾ ਦਿੱਤਾ ਹੋਵੇ ਤਾਂ ਲੜਕਾ ਪੜ੍ਹ ਰਿਹਾ ਹੈ ਇਹ ਸਾਡੇ ਕੋਲ ਆਏਗਾ। ਤਾਂ ਇਸ ਦੇ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਦੱਸੀ ਜਾ ਰਹੀ। ਵਿਸ਼ੇਸ਼ਤਾ ਕਿਹੜਾ ਸ਼ਬਦ ਦੱਸ ਰਿਹਾ ਹੈ? ਇੱਕ, ਕਿ ਇੱਕੋ ਹੀ ਲੜਕਾ ਪੜ੍ਹ ਰਿਹਾ ਹੈ, ਰਾਈਟ। ਤਾਂ ਲੜਕਾ ਕੀ ਹੈ ਇੱਥੇ ਸਾਡੇ ਕੋਲ? ਵਿਸ਼ੇਸ਼ ਹੈ। ਇੱਕ ਕੀ ਹੈ ਸਾਡੇ ਕੋਲ? ਵਿਸ਼ੇਸ਼ਣ ਹੈ। ਤਾਂ ਇਹ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? ਦੇਖੋ ਜਿਹੜੇ ਵਿਸ਼ੇਸ਼ਣ ਵਿਸ਼ੇਸ਼ ਦੀ ਗਿਣਤੀ ਬਾਰੇ ਦੱਸਣ, ਠੀਕ ਹੈ, ਮਤਲਬ ਗਿਣਤੀ ਦਾ ਮਤਲਬ ਕਿ ਜਾਣਕਾਰੀ ਦਿੰਦੇ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਗਿਣਤੀਵਾਚਕ ਵਿਸ਼ੇਸ਼ਣ ਜਾਂ ਸੰਖਿਅਕ ਵਿਸ਼ੇਸ਼ਣ ਇਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਇੱਥੇ ਜਿਹੜਾ ਸਾਡੇ ਕੋਲ ਵਿਸ਼ੇਸ਼ਣ ਹੈ ਉਹ ਆਏਗਾ ਇੱਕ। ਠੀਕ ਹੈ, ਤਾਂ ਆਨਸਰ ਬੀ। ਨੈਕਸਟ ਹੈ ਕਿਹੜਾ ਵਿਦਿਆਰਥੀ ਹੈ ਜਿਹੜਾ ਸਾਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ? ਤਾਂ ਇਸ ਦੇ ਵਿੱਚ ਅਸੀਂ ਵਿਸ਼ੇਸ਼ਣ ਦੱਸਣਾ ਹੈ। ਕੁਐਸਚਨ ਥੋੜਾ ਜਿਹਾ ਮਿਸਿੰਗ ਹੋ ਗਿਆ। ਤਾਂ ਕਿਹੜਾ ਵਿਦਿਆਰਥੀ ਹੈ ਜਿਹੜਾ ਸਾਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ? ਤਾਂ ਦੇਖੋ ਕਿਹੜਾ ਵਿਦਿਆਰਥੀ, ਜੇ ਅਸੀਂ ਇਹ ਕਹੀਏ ਕਿ ਰਾਮ ਜੋ ਹੈ ਸਾਰਾ ਦਿਨ ਪੜ੍ਹਦਾ ਰਹਿੰਦਾ ਹੈ, ਰਾਮ ਸਾਰਾ ਦਿਨ ਪੜ੍ਹਦਾ ਰਹਿੰਦਾ ਹੈ, ਤਾਂ ਰਾਮ ਕੀ ਹੈ ਇੱਥੇ? ਨਾਂਵ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਪਿਛਲੀਆਂ ਕਲਾਸਿਸ ਚੰਗੀ ਤਰ੍ਹਾਂ ਦੇਖੀਆਂ ਹੋਣਗੀਆਂ, ਲਗਾਈਆਂ ਹੋਣਗੀਆਂ, ਪੜ੍ਹਿਆ ਵੀ ਹੋਊਗਾ ਉਹਨਾਂ ਤੋਂ ਬਾਅਦ। ਤਾਂ ਨਾਂਵ ਪੜਨਾਂਵ ਦੇ ਬਾਰੇ ਤੁਹਾਨੂੰ ਪੂਰੀ ਤਰ੍ਹਾਂ ਜਾਣਕਾਰੀ ਹੋਏਗੀ। ਰਾਮ ਪੂਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ। ਠੀਕ ਹੈ, ਤਾਂ ਰਾਮ ਇੱਥੇ ਸਾਡੇ ਕੋਲ ਨਾਂਵ ਹੈ। ਜੇ ਅਸੀਂ ਰਾਮ ਦੀ ਜਗ੍ਹਾ ਤੇ ਮਤਲਬ ਜੇ ਅਸੀਂ ਇਸ ਨੂੰ ਕੁਐਸਚਨ ਦੀ ਫਾਰਮ ਦੇ ਵਿੱਚ ਬਣਾਉਣਾ ਹੋਵੇ ਤਾਂ ਅਸੀਂ ਕੀ ਬਣਾਵਾਂਗੇ? ਕਿਹੜਾ ਹੈ ਜਿਹੜਾ ਸਾਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ? ਤਾਂ ਕਿਹੜਾ ਸ਼ਬਦ ਕੀ ਹੈ ਸਾਡੇ ਕੋਲ ਇੱਥੇ? ਪੜਨਾਂਵ ਹੈ, ਕਿਉਂਕਿ ਇਹ ਨਾਂਵ ਦੀ ਜਗ੍ਹਾ ਤੇ ਆ ਗਿਆ ਸਾਡੇ ਕੋਲ। ਰਾਮ ਦੀ ਜਗ੍ਹਾ ਤੇ ਅਸੀਂ ਜਿਹੜਾ ਸ਼ਬਦ ਵਰਤਿਆ ਉਹ ਕੀ ਹੈ? ਪੜਨਾਂਵ। ਤਾਂ ਹੁਣ ਇਹ ਸਾਡੇ ਕੋਲ ਆ ਗਿਆ ਕਿਹੜਾ ਵਿਦਿਆਰਥੀ ਹੈ। ਜੇ ਸਾਡੇ ਕੋਲ ਇਹ ਹੁੰਦਾ ਕਿਹੜਾ ਹੈ ਜਿਹੜਾ ਸਾਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ, ਤਾਂ ਕਿਹੜਾ ਸ਼ਬਦ ਕੀ ਹੋਣਾ ਸੀ ਸਾਡੇ ਕੋਲ? ਪੜਨਾਂਵ। ਹੁਣ ਸਾਡੇ ਕੋਲ ਨਾਲ ਵਿਦਿਆਰਥੀ ਵੀ ਦੱਸਿਆ ਹੋਇਆ ਹੈ, ਕਿਹੜਾ ਵਿਦਿਆਰਥੀ ਹੈ ਜਿਹੜਾ ਸਾਰਾ ਦਿਨ ਪੜ੍ਹਦਾ ਰਹਿੰਦਾ ਹੈ। ਠੀਕ ਹੈ, ਤਾਂ ਵੈਸੇ ਤਾਂ ਕਿਹੜਾ ਕੀ ਹੈ? ਪੜਨਾਂਵ ਹੈ, ਲੇਕਿਨ ਹੁਣ ਇਹ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਹੈ। ਠੀਕ ਹੈ, ਤਾਂ ਇੱਥੇ ਹੁਣ ਕਿਹੜਾ ਸ਼ਬਦ ਕੀ ਹੈ? ਇਹ ਵਿਸ਼ੇਸ਼ਣ ਦਾ ਕੰਮ ਕਰੇਗਾ। ਜਿਹੜੇ ਸ਼ਬਦ ਹੋਣ ਤਾਂ ਪੜਨਾਂਵ, ਪਰ ਵਿਸ਼ੇਸ਼ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸਦੇ ਹੋਣ, ਠੀਕ ਹੈ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਪੜਨਾਂਵੀ ਵਿਸ਼ੇਸ਼ਣ। ਤਾਂ ਇੱਥੇ ਸਾਡੇ ਕੋਲ ਕਿਹੜਾ ਪੜਨਾਂਵੀ ਵਿਸ਼ੇਸ਼ਣ ਹੈ? ਨੈਕਸਟ ਹੈ ਉਹ ਢੇਰ ਸਾਰੀ ਮਠਿਆਈ ਲੈ ਕੇ ਆਈ ਵਿੱਚ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਮਠਿਆਈ ਕਿਸ ਤਰ੍ਹਾਂ ਲਿਖਾਂਗੇ ਉਹ ਅਸੀਂ ਦੇਖਣਾ ਹੈ। ਮਠਿਆਈ ਹੁਣ ਬੋਲਣ ਦੇ ਵਿੱਚ ਤਾਂ ਅਸੀਂ ਮਿਠਾਈ ਵੀ ਕਹਿ ਦਿੰਦੇ ਹਾਂ, ਤਾਂ ਮਿਠਾਈ ਪੰਜਾਬੀ ਦੇ ਵਿੱਚ ਨਹੀਂ ਹੁੰਦਾ। ਮਠਿਆਈ ਜਿਹੜਾ ਹੈ ਸਹੀ ਸ਼ਬਦ ਹੈ, ਤਾਂ ਉਸ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ? ਮੰਮਾ, ਠੱਠੇ ਨੂੰ ਸਿਹਾਰੀ, ਆੜੇ ਨੂੰ ਕੰਨਾ, ਈੜੀ ਨੂੰ ਬਿਹਾਰੀ। ਤਾਂ ਮਠਿਆਈ, ਉਹ ਢੇਰ ਸਾਰੀ ਮਠਿਆਈ ਲੈ ਕੇ ਆਈ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? ਸਭ ਤੋਂ ਪਹਿਲਾਂ ਤਾਂ ਇੱਥੇ ਵਿਸ਼ੇਸ਼ਣ ਕਿਹੜਾ ਹੈ? ਉਹ ਮਠਿਆਈ ਲੈ ਕੇ ਆਈ। ਠੀਕ ਹੈ, ਇਸ ਦੇ ਵਿੱਚ ਕੋਈ ਵਿਸ਼ੇਸ਼ਣ ਨਹੀਂ ਹੈ। ਤਾਂ
ਤਾਂ ਉਹ ਥੋੜੀ ਜਿਹੀ ਮਠਿਆਈ ਲੈ ਕੇ ਆਈ, ਉਹ ਢੇਰ ਸਾਰੀ ਬਹੁਤ ਮਠਿਆਈ ਲੈ ਕੇ ਆਈ, ਉਹ ਬਹੁਤ ਮਿਠਾਈ ਲੈ ਕੇ ਆਈ। ਠੀਕ ਹੈ, ਇੱਥੇ ਢੇਰ ਸਾਰੀ ਸ਼ਬਦ ਕੀ ਹੈ, ਇਹ ਵਿਸ਼ੇਸ਼ਣ ਹੈ, ਰਾਈਟ। ਤਾਂ ਜਿਹੜੇ ਸ਼ਬਦ, ਜਿਹੜੇ ਵਿਸ਼ੇਸ਼ਣ ਮਤਲਬ ਕਿ ਜੋ ਆਪਣਾ ਵਿਸ਼ੇਸ਼ ਹੈ ਉਸ ਦੀ ਮਿਣਤੀ ਜਾਂ ਮਾਪ ਤੋਲ ਦੱਸਦੇ ਆ। ਹੁਣ ਮਿਠਾਈ ਨੂੰ ਆਪਾਂ ਇਦਾਂ ਨਹੀਂ ਕਹਿੰਦੇ ਕਿ ਇੱਕ ਮਠਿਆਈ ਸੀ, ਦੋ ਮਠਿਆਈ ਸੀ। ਠੀਕ ਹੈ, ਇਸ ਨੂੰ ਇਹ ਮਾਪਣ ਦੇ, ਇਹ ਤੋਲਣ ਦੇ ਵਿੱਚ ਆਉਂਦਾ ਹੈ। ਠੀਕ ਹੈ, ਤਾਂ ਜਿਹੜੇ ਵਿਸ਼ੇਸ਼ਣ ਮਾਪਣ ਜਾਂ ਤੋਲਣ ਬਾਰੇ ਦੱਸਦੇ ਹਨ, ਮਾਪ ਤੋਲ ਬਾਰੇ ਦੱਸਦੇ ਹਨ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪਰਿਮਾਣਵਾਚਕ ਵਿਸ਼ੇਸ਼ਣ। ਠੀਕ ਹੈ, ਤਾਂ ਇੱਥੇ ਸਾਡੇ ਕੋਲ ਦੇਖੋ ਢੇਰ ਸਾਰੀ, ਕੋਈ ਨਿਸ਼ਚਿਤ ਸਾਨੂੰ ਗਿਆਨ ਨਹੀਂ ਹੋ ਰਿਹਾ ਕਿ ਕਿੰਨੀ, ਤਾਂ ਇਹ ਕੀ ਹੈ, ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਹੈ। ਠੀਕ ਹੈ, ਪਰਿਮਾਣਵਾਚਕ ਦੇ ਵੀ ਜਿਹੜੇ ਅੱਗੇ ਕਿਸਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਹੈ ਇਹ। ਤਾਂ ਆਨਸਰ ਸਾਡਾ ਆ ਜਾਂਦਾ ਇੱਥੇ A। ਨੈਕਸਟ ਹੈ ਗੁਰਦੀਪ ਸਭ ਤੋਂ ਸੋਹਣਾ ਮੁੰਡਾ ਹੈ ਵਿੱਚ ਸਭ ਤੋਂ ਸੋਹਣਾ ਕੀ ਹੈ। ਹੁਣ ਦੇਖੋ ਇਹ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਤਾਂ ਇਹ ਤੁਹਾਨੂੰ ਖੁਦ ਮਤਲਬ ਇਸ ਦਾ ਆਨਸਰ ਦੇਣਾ ਚਾਹੀਦਾ ਹੈ। ਥੋੜਾ ਜਿਹਾ ਸੋਚੋ ਤੇ ਮੈਨੂੰ ਇਸ ਦਾ ਮਤਲਬ ਆਨਸਰ ਤੁਸੀਂ ਲਿਖ ਕੇ ਆਪਣੇ ਆਪ ਇਸ ਦਾ ਆਨਸਰ ਸੋਚੋ ਤੇ ਮੈਂ ਇਸ ਦਾ ਆਨਸਰ ਦੱਸਦੀ ਹਾਂ ਤੁਹਾਨੂੰ। ਗੁਰਦੀਪ ਸਭ ਤੋਂ ਸੋਹਣਾ ਮੁੰਡਾ ਹੈ। ਹੁਣ ਗੁਰਦੀਪ ਦੀ ਇੱਕ ਮਤਲਬ ਅਸੀਂ ਕੋਈ ਵੀ ਗੁਣ ਜਾਂ ਔਗੁਣ ਦੇਖ ਰਹੇ ਹਾਂ। ਠੀਕ ਹੈ, ਤਾਂ ਸਾਰਿਆਂ ਨਾਲ ਉਹਦੀ ਤੁਲਨਾ ਕੀਤੀ ਜਾ ਰਹੀ ਹੈ। ਸਾਨੂੰ ਨਹੀਂ ਪਤਾ ਕਿ ਕਿੰਨੇ ਬੱਚੇ ਹੈ, ਤਾਂ ਆਪਾਂ ਮੰਨ ਲੈਂਦੇ ਹਾਂ ਕਿ ਪੂਰੀ ਕਲਾਸ ਦੇ ਵਿੱਚੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਸਭ ਤੋਂ ਸੋਹਣਾ ਮੁੰਡਾ ਹੈ। ਤਾਂ ਇੱਥੇ ਕੀ ਹੈ, ਸਾਰਿਆਂ ਨਾਲ ਤੁਲਨਾ ਜਦੋਂ ਕੀਤੀ ਜਾ ਰਹੀ ਹੈ ਤਾਂ ਉੱਥੇ ਕਿਹੜੀ ਅਵਸਥਾ ਆਉਂਦੀ ਹੈ ਗੁਣਵਾਚਕ ਵਿਸ਼ੇਸ਼ਣ ਦੀ, ਅਧਿਕਤਮ ਅਵਸਥਾ। ਠੀਕ ਹੈ, ਤਾਂ ਇੱਥੇ ਸਾਨੂੰ ਅਵਸਥਾ ਨਹੀਂ ਪੁੱਛੀ ਹੋਈ, ਇਹ ਗੁਣਵਾਚਕ ਵਿਸ਼ੇਸ਼ਣ ਹੈ, ਗੁਣਵਾਚਕ ਵਿਸ਼ੇਸ਼ਣ, ਰਾਈਟ। ਤਾਂ ਆਨਸਰ ਆ ਜਾਂਦਾ ਸਾਡਾ C। ਜੋ ਵਿਸ਼ੇਸ਼ਣ ਵਿਸ਼ੇਸ਼ਣ ਦੀ ਗਿਣਤੀ ਦਾ ਅੰਦਾਜ਼ਾ ਤਾਂ ਦੱਸਣ ਪਰ ਪੂਰੀ ਤਰ੍ਹਾਂ ਗਿਣਤੀ ਨਾ ਦੱਸਣ, ਉਹਨਾਂ ਨੂੰ ਕੀ ਕਹਿੰਦੇ ਹਨ। ਜਿਹੜੇ ਵਿਸ਼ੇਸ਼ਣ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਗਿਣਤੀ ਦੱਸਦੇ ਹੈ ਪਰ ਪੂਰੀ ਤਰ੍ਹਾਂ ਅੰਦਾਜ਼ਾ ਨਹੀਂ ਦੱਸਦੇ, ਜਿਸ ਤਰ੍ਹਾਂ ਪਰਿਮਾਣਵਾਚਕ ਦੇ ਵਿੱਚ ਅਸੀਂ ਕੀਤਾ ਕਿ ਮਿਣਤੀ ਜਾਂ ਮਾਪ ਤੋਲ ਦੱਸਦੇ ਹਨ। ਠੀਕ ਹੈ, ਪਰ ਪੂਰੀ ਤਰ੍ਹਾਂ ਨਹੀਂ ਦੱਸਦੇ, ਢੇਰ ਸਾਰੀ। ਹੁਣ ਸਾਨੂੰ ਕੀ ਪਤਾ ਲੱਗੇ ਕਿ ਕਿੰਨੀ, ਕਿਲੋ, 2 ਕਿਲੋ, 2.5 ਕਿਲੋ, ਤਾਂ ਉਹ ਕੀ ਹੁੰਦਾ ਸਾਡੇ ਕੋਲ, ਅਨਿਸ਼ਚਿਤ ਪਰਿਮਾਣਵਾਚਕ। ਹੁਣ ਇੱਥੇ ਕੀ ਹੈ, ਸਾਡੇ ਕੋਲ ਗਿਣਤੀ ਆ ਗਈ, ਤਾਂ ਗਿਣਤੀ ਜਦੋਂ ਅਸੀਂ ਸਾਡੇ ਕੋਲ ਸ਼ਬਦ ਆ ਗਿਆ ਤਾਂ ਉੱਥੇ ਗਿਣਤੀਵਾਚਕ ਵਿਸ਼ੇਸ਼ਣ ਆਏਗਾ ਜਾਂ ਫਿਰ ਸੰਖਿਅਕ ਵਿਸ਼ੇਸ਼ਣ ਇਸ ਨੂੰ ਕਹਿੰਦੇ ਨੇ। ਠੀਕ ਹੈ, ਤਾਂ ਇਹ ਵੀ ਕੀ ਹੈ, ਅਨਿਸ਼ਚਿਤ ਗਿਣਤੀਵਾਚਕ ਵਿਸ਼ੇਸ਼ਣ ਹੈ ਇੱਥੇ। ਠੀਕ ਹੈ, ਜੇ ਸਾਨੂੰ ਅੱਗੇ ਆਪਸ਼ਨਸ ਵੀ ਦਿੱਤੀਆਂ ਹੋਣ, ਮਤਲਬ ਗਿਣਤੀਵਾਚਕ ਦੇ ਵਿੱਚ ਵੀ ਸਾਨੂੰ ਅੱਗੇ ਐਗਜ਼ੈਕਟ ਮਤਲਬ ਜਿਹੜੀਆਂ ਇਹਨਾਂ ਦੀਆਂ ਟਾਈਪਸ ਨੇ, ਕਿਸਮਾਂ ਨੇ, ਉਹ ਦੱਸੀਆਂ ਹੋਣ ਤਾਂ ਅਸੀਂ ਅਨਿਸ਼ਚਿਤ ਲਗਾਵਾਂਗੇ ਇੱਥੇ, ਕਿਉਂਕਿ ਐਗਜ਼ੈਕਟ ਸਾਨੂੰ ਗਿਣਤੀ ਦਾ ਪਤਾ ਨਹੀਂ ਲੱਗ ਰਿਹਾ। ਜੇ ਐਗਜ਼ੈਕਟ ਸਾਨੂੰ ਗਿਣਤੀ ਦਾ ਪਤਾ ਲੱਗ ਰਿਹਾ ਹੈ ਕਿ ਉਹ ਅੱਛਾ ਕਿ ਉਸਦੇ ਕੋਲ ਇੱਕ ਛਤਰੀ ਹੈ, ਉਸਦੇ ਕੋਲ ਮਤਲਬ ਇਸ ਤਰ੍ਹਾਂ ਇੱਕ ਜੋ ਹੈ ਇੱਥੇ ਗਿਣਤੀ ਦਾ ਸਾਨੂੰ ਪਤਾ ਲੱਗ ਰਿਹਾ ਹੈ, ਤਾਂ ਉਹ ਹੁੰਦੇ ਨੇ ਸਾਡੇ ਕੋਲ ਸਧਾਰਨ ਗਿਣਤੀਵਾਚਕ ਵਿਸ਼ੇਸ਼ਣ, ਉਸ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਥੋੜੀ ਖੰਡ ਸ਼ਬਦ ਕਿਹੜਾ ਵਿਸ਼ੇਸ਼ਣ ਹੈ। ਹਾਂਜੀ, ਖੰਡ ਹੁਣ ਅਸੀਂ ਗਿਣ ਸਕਦੇ ਹਾਂ ਕਿ 1 ਖੰਡ ਹੈ, 2 ਖੰਡ ਹੈ। ਖੰਡ ਵੀ ਕੀ ਹੈ, ਤੋਲਣ ਵਾਲੀ ਜੋ ਹੈ ਇਹ ਚੀਜ਼ ਹੁੰਦੀ ਹੈ। ਤਾਂ ਇੱਥੇ ਵੀ ਕੀ ਆਏਗਾ ਸਾਡੇ ਕੋਲ, ਪਰਿਮਾਣਵਾਚਕ ਆਏਗਾ, ਤੇ ਕਿਹੜਾ ਆਏਗਾ, ਅਨਿਸ਼ਚਿਤ ਪਰਿਮਾਣਵਾਚਕ ਆਏਗਾ। ਠੀਕ ਹੈ, ਬਾਕੀਆਂ ਨੂੰ ਦੇਖਣ ਦੀ ਸਾਨੂੰ ਜ਼ਰੂਰਤ ਹੀ ਨਹੀਂ, ਸਾਨੂੰ ਖੰਡ ਤੋਂ ਹੀ ਪਤਾ ਲੱਗ ਗਿਆ ਕਿ ਪਰਿਮਾਣਵਾਚਕ ਆਏਗਾ ਸਾਡੇ ਕੋਲ। ਤਾਂ ਆਨਸਰ ਆ ਜਾਂਦਾ ਸਾਡਾ B। ਨੈਕਸਟ ਹੈ 2 ਮੀਟਰ ਕੱਪੜਾ ਦਿਓ ਵਿੱਚ ਕਿਹੜਾ ਸ਼ਬਦ ਵਿਸ਼ੇਸ਼ਣ ਹੈ। ਕੱਪੜਾ ਦਿਓ, ਤਾਂ ਇੱਥੇ ਸਾਡੇ ਕੋਲ ਕੋਈ ਵਿਸ਼ੇਸ਼ਣ ਨਹੀਂ ਹੈ। ਠੀਕ ਹੈ, 2 ਮੀਟਰ ਕੱਪੜਾ ਦਿਓ ਮਤਲਬ ਕਿੰਨਾ ਕੱਪੜਾ ਚਾਹੀਦਾ ਤੁਹਾਨੂੰ, ਵਿਸ਼ੇਸ਼ਤਾ ਕੀ ਹੈ, 2 ਮੀਟਰ। ਤਾਂ 2 ਮੀਟਰ ਕੀ ਹੈ, ਇਹ ਦੇਖੋ ਗਿਣਨ ਵਾਲਾ ਤਾਂ ਹੈ ਨਹੀਂ ਕਿ ਕੱਪੜਾ 1 ਕੱਪੜਾ 2, 2 ਮੀਟਰ ਕੀ ਹੈ, ਇਹ ਮਾਪਿਆ ਜਾਂਦਾ ਇਸ ਨੂੰ। ਠੀਕ ਹੈ, ਤਾਂ ਇਹ ਵੀ ਕੀ ਹੈ ਸਾਡੇ ਕੋਲ ਪਰਿਮਾਣਵਾਚਕ ਵਿਸ਼ੇਸ਼ਣ ਦੀ ਕਿਸਮ ਹੈ, ਮਤਲਬ ਵਿਸ਼ੇਸ਼ਣ ਦੀ ਪਰਿਮਾਣਵਾਚਕ ਵਿਸ਼ੇਸ਼ਣ ਟਾਈਪ ਹੈ। ਠੀਕ ਹੈ, ਤਾਂ ਸ਼ਬਦ ਵਿਸ਼ੇਸ਼ਣ ਕਿਹੜਾ ਇਹਦੇ ਵਿੱਚ, ਕੱਪੜਾ, ਮੀਟਰ, 2 ਜਾਂ 2 ਮੀਟਰ। ਤਾਂ ਇੱਥੇ ਸਾਡੇ ਕੋਲ 2 ਮੀਟਰ ਪੂਰਾ ਜਿਹੜਾ ਹੈ ਇਹ ਵਿਸ਼ੇਸ਼ਣ ਹੈ, 2 ਮੀਟਰ, D ਸਾਡਾ ਆਨਸਰ ਆਏਗਾ। ਨੈਕਸਟ ਹੈ ਅਧਿਆਪਕ ਪੜਾਉਂਦਾ ਹੈ ਵਿੱਚ ਕਿਹੜੀ ਕਿਰਿਆ ਹੈ। ਹੁਣ ਅਧਿਆਪਕ ਹੁਣ ਸਾਡੇ ਕੋਲ ਆ ਗਈ ਹੈ ਕਿਰਿਆ। ਕਿਰਿਆ ਕੀ ਹੁੰਦੀ ਹੈ ਇਹ ਅਸੀਂ ਡਿਸਕਸ ਕਰ ਚੁੱਕੇ ਹਾਂ। ਹੁਣ ਥੋੜਾ ਜਿਹਾ ਕੁਐਸਚਨਸ ਦੇ ਰਾਹੀਂ ਅਸੀਂ ਦੇਖ ਲੈਂਦੇ ਹਾਂ ਕਿ ਸਾਨੂੰ ਸਮਝ ਆਉਂਦੀ ਹੈ ਜਾਂ ਨਹੀਂ ਆਉਂਦੀ। ਅਧਿਆਪਕ ਪੜਾਉਂਦਾ ਹੈ, ਹਾਂਜੀ ਇਹ ਪੜਾਉਣਾ ਕੀ ਹੈ, ਇੱਕ ਕਿਰਿਆ ਹੈ।
ਤਾਂ ਦੇਖੋ ਜਿਹੜਾ ਕੰਮ ਕਰਦਾ ਹੁੰਦਾ ਹੈ, ਕੰਮ ਕਰਨ ਵਾਲੇ ਨੂੰ ਅਸੀਂ ਕਹਿੰਦੇ ਆ ਕਰਤਾ। ਅਧਿਆਪਕ ਕੀ ਹੈ ਇੱਥੇ? ਕਰਤਾ। ਹੁਣ ਸਾਨੂੰ ਇਥੋਂ ਜਿਹੜੀ ਜਾਣਕਾਰੀ ਹੈ ਉਹ ਥੋੜੀ ਮਿਲ ਰਹੀ ਹੈ ਕਿ ਅਧਿਆਪਕ ਪੜ੍ਹਾ ਰਿਹਾ ਹੈ, ਅਧਿਆਪਕ ਪੜ੍ਹਾਉਂਦਾ ਹੈ, ਠੀਕ ਹੈ। ਤਾਂ ਇੱਥੇ ਸਾਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਅਧਿਆਪਕ ਕੀ ਪੜ੍ਹਾਉਂਦਾ ਹੈ ਜਾਂ ਕਿਸ ਨੂੰ ਪੜ੍ਹਾਉਂਦਾ ਹੈ। ਤਾਂ ਇਹ ਇੱਥੇ ਕੀ ਹੈ? ਕਰਮ ਨਹੀਂ ਹੈ। ਕਰਤਾ ਤਾਂ ਹੈ, ਠੀਕ ਹੈ, ਕਿਰਿਆ ਦੇ ਨਾਲ ਮਤਲਬ ਕਰਤਾ ਤਾਂ ਹੋਏਗਾ ਹੀ। ਅਧਿਆਪਕ ਪੜ੍ਹਾਉਂਦਾ ਹੈ ਤਾਂ ਮਤਲਬ ਪੂਰੀ ਜਾਣਕਾਰੀ ਨਹੀਂ ਮਿਲ ਰਹੀ। ਜਿਹੜੀ ਕਿਰਿਆ ਹੈ ਉਹ ਕਿਸ ਤੇ ਹੋਰ ਕੰਮ ਜਿਹੜਾ ਹੈ ਉਹ ਕਿਸ ਤੇ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਰਾਮ ਖੇਡਦਾ ਹੈ, ਤਾਂ ਖੇਡਦਾ ਕੀ ਹੈ? ਇੱਥੇ ਕਿਰਿਆ ਹੈ। ਰਾਮ ਕੀ ਹੈ? ਕਰਤਾ ਹੈ। ਹੁਣ ਰਾਮ ਹਾਕੀ ਖੇਡਦਾ ਹੈ ਤਾਂ ਇੱਥੇ ਸਾਨੂੰ ਥੋੜੀ ਜਿਹੀ ਹੋਰ ਜਾਣਕਾਰੀ ਮਿਲ ਗਈ। ਸਾਨੂੰ ਪਤਾ ਲੱਗ ਗਿਆ ਕਿ ਕੰਮ ਕਿਸ ਦੇ ਉੱਤੇ ਕੀਤਾ ਜਾ ਰਿਹਾ ਹੈ। ਰਾਮ ਕੀ ਖੇਡ ਰਿਹਾ ਹੈ? ਰਾਮ ਹਾਕੀ ਖੇਡ ਰਿਹਾ ਹੈ। ਤਾਂ ਹਾਕੀ ਕੀ ਹੈ? ਸਾਡੇ ਕੋਲ ਇੱਥੇ ਕਰਮ ਹੈ। ਹੁਣ ਜੇ ਅਸੀਂ ਆਪਣੇ ਆਪ ਨੂੰ ਕੁਐਸਚਨ ਪੁੱਛੀਏ ਕਿ ਅਧਿਆਪਕ ਕੀ ਪੜ੍ਹਾ ਰਿਹਾ ਹੈ, ਤਾਂ ਸਾਡੇ ਕੋਲ ਇਸ ਦਾ ਕੋਈ ਆਨਸਰ ਨਹੀਂ ਹੈ। ਇੱਥੇ ਕਰਮ ਇਸ ਵਾਕ ਦੇ ਵਿੱਚ ਦਿੱਤਾ ਨਹੀਂ ਹੋਇਆ, ਠੀਕ ਹੈ। ਰਾਮ ਹਾਕੀ ਖੇਡਦਾ ਹੈ। ਜੇ ਅਸੀਂ ਆਪਣੇ ਆਪ ਤੋਂ ਕੁਐਸਚਨ ਪੁੱਛਦੇ ਹਾਂ ਕਿ ਰਾਮ ਕੀ ਖੇਡਦਾ ਹੈ, ਤਾਂ ਉਸ ਦਾ ਆਨਸਰ ਸਾਡੇ ਕੋਲ ਹੈ ਕਿ ਰਾਮ ਹਾਕੀ ਖੇਡਦਾ ਹੈ। ਤਾਂ ਉੱਥੇ ਕਰਮ ਹੈ। ਜਿੱਥੇ ਜਿਹੜੀ ਕਿਰਿਆ ਦੇ ਨਾਲ ਸਾਨੂੰ ਕਰਮ ਵੀ ਦਿੱਤਾ ਹੋਵੇ ਉਹ ਹੁੰਦੀ ਹੈ ਸਕਰਮਕ ਕਿਰਿਆ। ਸਕਰਮਕ ਕਿਰਿਆ। ਸਕਰਮਕ ਮਤਲਬ ਕਰਮ ਦੇ ਸਹਿਤ, ਕਰਮ ਸਹਿਤ, ਕਰਮ ਦੇ ਨਾਲ। ਇਹ ਕੀ ਹੈ? ਸਾਡੇ ਕੋਲ ਅਕਰਮਕ ਕਿਰਿਆ। ਅਕਰਮਕ ਮਤਲਬ ਕਰਮ ਤੋਂ ਬਿਨਾ, ਕਰਮ ਰਹਿਤ, ਠੀਕ ਹੈ। ਅਧਿਆਪਕ ਪੜ੍ਹਾਉਂਦਾ ਹੈ ਵਿੱਚ ਅਕਰਮਕ ਕਿਰਿਆ ਹੈ, ਠੀਕ ਹੈ। ਦੁਕਰਮਕ ਕੀ ਹੁੰਦਾ? ਦੁਕਰਮਕ ਮਤਲਬ ਜਿਹਦੇ ਵਿੱਚ ਦੋ ਕਰਮ ਹੋਣ। ਇਹ ਅਸੀਂ ਅੱਗੇ ਜਾ ਕੇ ਦੇਖਦੇ ਹਾਂ। ਤਾਂ ਇਹ ਆਨਸਰ ਆ ਜਾਂਦਾ ਸਾਡਾ ਸੀ। ਮੁੰਡਾ ਰੋਟੀ ਖਾ ਰਿਹਾ ਹੈ ਵਿੱਚ ਕਿਹੜੀ ਕਿਰਿਆ ਹੈ? ਹਾਂਜੀ, ਹੁਣੇ ਤੁਸੀਂ ਆਪਣੇ ਆਪ ਕੋਸ਼ਿਸ਼ ਕਰੋ। ਮੁੰਡਾ ਰੋਟੀ ਖਾ ਰਿਹਾ ਹੈ ਤੇ ਮੁੰਡਾ ਖਾ ਰਿਹਾ ਹੁੰਦਾ ਤਾਂ ਮੁੰਡਾ ਖਾ ਰਿਹਾ ਹੈ। ਖਾ ਸਾਡੇ ਕੋਲ ਕੀ ਹੈ? ਇੱਥੇ ਕਿਰਿਆ ਹੈ। ਹੁਣ ਆਪਾਂ ਕੁਐਸਚਨ ਪੁੱਛੇ ਕਿ ਮੁੰਡਾ ਕੀ ਖਾ ਰਿਹਾ ਹੈ, ਤਾਂ ਉਹਦਾ ਆਨਸਰ ਸਾਡੇ ਕੋਲ ਇੱਥੇ ਹੈ ਮੁੰਡਾ ਰੋਟੀ ਖਾ ਰਿਹਾ ਹੈ। ਤਾਂ ਰੋਟੀ ਕੀ ਹੈ? ਇੱਥੇ ਕਰਮ ਹੈ। ਮੁੰਡਾ ਕੀ ਹੈ? ਕਰਤਾ ਹੈ। ਤਾਂ ਇਹ ਜੋ ਕਿਰਿਆ ਹੈ ਉਹ ਸਕਰਮਕ ਕਿਰਿਆ ਹੈ, ਜਿਸ ਦੇ ਨਾਲ ਕਰਮ ਵੀ ਜੁੜਿਆ ਹੋਇਆ ਹੈ। ਕਰਮ ਦੇ ਬਾਰੇ ਵੀ ਸਾਨੂੰ ਇਸ ਦੇ ਵਿੱਚ ਦੱਸਿਆ ਹੋਇਆ ਹੈ। ਤਾਂ ਇਹ ਸਾਡਾ ਆਨਸਰ ਆ ਜਾਂਦਾ ਹੈ ਸਕਰਮਕ ਕਿਰਿਆ। ਸੀਤਾ ਨੇ ਗੀਤਾ ਨੂੰ ਚਿੱਠੀ ਲਿਖੀ ਵਿੱਚ ਕਿਹੜੇ ਸ਼ਬਦ ਕਰਮ ਹਨ? ਹੁਣ ਸਾਨੂੰ ਇਹ ਵਾਕ ਜਿਹੜਾ ਹੈਗਾ ਥੋੜਾ ਜਿਹਾ ਕੰਪਲੈਕਸ ਹੋ ਗਿਆ। ਸੀਤਾ ਨੇ ਗੀਤਾ ਨੂੰ ਚਿੱਠੀ ਲਿਖੀ। ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਬਿਲਕੁਲ ਮਤਲਬ ਕਿਰਿਆ ਦਾ ਜਿਹੜਾ ਸਿੰਪਲ ਵਾਕ ਹੁੰਦਾ ਹੈ ਉਹ ਦੇਖ ਲੈਂਦੇ ਹਾਂ। ਸੀਤਾ ਨੇ ਲਿਖਿਆ, ਸੀਤਾ ਨੇ ਲਿਖਿਆ, ਠੀਕ ਹੈ। ਤਾਂ ਲਿਖਿਆ ਜੋ ਹੈ ਇੱਥੇ ਕੀ ਹੈ? ਸਾਡੇ ਕੋਲ ਕਿਰਿਆ ਹੈ। ਹੁਣ ਥੋੜਾ ਜਿਹਾ ਹੋਰ ਅਸੀਂ ਜਾਣਕਾਰੀ ਐਡ ਕਰ ਲੈਂਦੇ ਹਾਂ ਵਿੱਚ। ਸੀਤਾ ਨੇ ਚਿੱਠੀ ਲਿਖੀ, ਤਾਂ ਹੁਣ ਸਾਨੂੰ ਪਤਾ ਲੱਗ ਗਿਆ ਕਿ ਕੀ ਲਿਖਿਆ? ਸੀਤਾ ਨੇ ਚਿੱਠੀ ਲਿਖੀ। ਚਿੱਠੀ ਕੀ ਹੈ? ਸਾਡੇ ਕੋਲ ਇੱਥੇ ਕਰਮ ਹੈ, ਠੀਕ ਹੈ। ਹੁਣ ਜੇ ਅਸੀਂ ਇਹ ਪੁੱਛੀਏ ਕਿ ਸੀਤਾ ਨੇ ਕਿਸ ਨੂੰ ਚਿੱਠੀ ਲਿਖੀ, ਉਹਦਾ ਆਨਸਰ ਵੀ ਸਾਡੇ ਕੋਲ ਹੈਗਾ ਸੀਤਾ ਨੇ ਗੀਤਾ ਨੂੰ ਚਿੱਠੀ ਲਿਖੀ, ਠੀਕ ਹੈ। ਤਾਂ ਇਹ ਵੀ ਸਾਡੇ ਕੋਲ ਕੀ ਹੈ? ਕਰਮ ਹੈ। ਹੁਣ ਸਾਡੇ ਕੋਲ ਕਰਮ ਕਿਹੜੇ ਕਿਹੜੇ ਨੇ ਇੱਥੇ? ਸੀਤਾ ਕੀ ਹੈ? ਕਰਤਾ, ਠੀਕ ਹੈ। ਗੀਤਾ ਕੀ ਹੈ? ਇਹ ਵੀ ਕਰਮ ਹੈ ਤੇ ਇਹ ਵੀ ਕਰਮ ਹੈ। ਚਿੱਠੀ ਵੀ ਕਰਮ ਹੈ ਤੇ ਗੀਤਾ ਵੀ ਇੱਥੇ ਕਰਮ ਹੈ। ਤਾਂ ਹੁਣ ਆਪਾਂ ਕਰਮ ਦੀਆਂ ਇੱਥੇ ਸਾਡੇ ਕੋਲ ਇੱਥੇ ਦੋ ਕਰਮ ਆ ਗਏ। ਹੁਣ ਕਰਮ ਦੀਆਂ ਵੀ ਦੋ ਟਾਈਪਸ ਹੁੰਦੀਆਂ ਨੇ, ਦੋ ਕਿਸਮਾਂ ਹੁੰਦੀਆਂ ਨੇ ਸਾਡੇ ਕੋਲ, ਤਾਂ ਉਹ ਅਸੀਂ ਦੇਖ ਲੈਂਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਜਿਹੜਾ ਕਰਮ ਅਸੀਂ ਐਡ ਕਰਾਂਗੇ ਉਹ ਆਏਗਾ ਸਾਡੇ ਕੋਲ, ਗੀਤਾ ਨੂੰ ਕੱਟ ਦੋ, ਸੀਤਾ ਨੇ ਚਿੱਠੀ ਲਿਖੀ, ਠੀਕ ਹੈ। ਜਿਹੜੇ ਕਰਮ ਦੇ ਨਾਲ ਨੂੰ ਨਾ ਲੱਗੇ, ਨੂੰ ਸ਼ਬਦ ਨਾ ਲੱਗਿਆ ਹੋਵੇ। ਹੁਣ ਇੱਥੇ ਸਾਡੇ ਕੋਲ ਸੀਤਾ ਨੇ ਚਿੱਠੀ ਲਿਖੀ, ਨੂੰ ਸ਼ਬਦ ਨਹੀਂ ਹੈ, ਠੀਕ ਹੈ। ਇਹ ਹੁੰਦਾ ਸਾਡੇ ਕੋਲ ਪ੍ਰਧਾਨ ਕਰਮ। ਇਹ ਹੈ ਸਾਡੇ ਕੋਲ ਪ੍ਰਧਾਨ। ਪ੍ਰਧਾਨ ਕਿਸ ਤਰ੍ਹਾਂ ਲਿਖਿਆ ਜਾਏਗਾ? ਪ੍ਰਧਾਨ ਕਰਮ, ਠੀਕ ਹੈ। ਤੇ ਹੁਣ ਜਿਹੜੇ ਸ਼ਬਦ ਦੇ ਨਾਲ ਜਦੋਂ ਹੁਣ ਆਪਾਂ ਥੋੜੀ ਜਿਹੀ ਹੋਰ ਜਾਣਕਾਰੀ ਪਾਤੀ ਵਿੱਚ ਕਿ ਸੀਤਾ ਨੇ ਕਿਸ ਨੂੰ ਚਿੱਠੀ ਲਿਖੀ? ਗੀਤਾ ਨੂੰ ਚਿੱਠੀ ਲਿਖੀ। ਤਾਂ ਗੀਤਾ ਕੀ ਹੈ? ਇਹ ਵੀ ਸਾਡਾ ਕਰਮ ਬਣ ਜਾਂਦਾ, ਦੂਜਾ ਕਰਮ ਬਣ ਜਾਂਦਾ। ਇਹ ਹੁੰਦਾ ਅਪ੍ਰਧਾਨ ਕਰਮ, ਜਿਸ ਦੇ ਨਾਲ ਨੂੰ ਲੱਗਦਾ ਹੈ। ਅਪ੍ਰਧਾਨ ਅਪ੍ਰਧਾਨ ਕਰਮ, ਠੀਕ ਹੈ। ਤਾਂ ਕਿਹੜੇ ਸ਼ਬਦ ਇਸ ਦੇ ਵਿੱਚ ਕਰਮ ਹਨ? ਇਹ ਹੈ ਗੀਤਾ ਤੇ ਚਿੱਠੀ। ਗੀਤਾ ਤੇ ਚਿੱਠੀ, ਚਿੱਠੀ ਦੇ ਉੱਤੇ ਅੱਧਕ ਆਏਗੀ, ਤਾਂ ਸੀ ਆਪਸ਼ਨ ਸਾਡਾ ਇਸ ਦੇ ਵਿੱਚ ਬਣ ਜਾਂਦਾ ਹੈ।
ਨੈਕਸਟ ਹੈ ਸਾਡੇ ਕੋਲ ਤੂੰ ਪੜ੍ਹ ਵਿੱਚ ਕਿਰਿਆ ਕੀ ਹੈ। ਹੁਣ ਇਹ ਤਾਂ ਬਿਲਕੁਲ ਹੀ ਆਸਾਨ ਹੈ, ਇਹ ਤਾਂ ਤੁਹਾਨੂੰ ਆਉਣਾ ਹੀ ਚਾਹੀਦਾ ਹੈ। ਤੂੰ ਪੜ੍ਹ ਵਿੱਚ ਕਿਰਿਆ ਕੀ ਹੈ, ਇਹ ਤਾਂ ਬਿਲਕੁਲ ਸਿੰਪਲ ਹੈ। ਪੜ੍ਹ ਇੱਥੇ ਕੀ ਹੈ, ਕਿਰਿਆ ਹੈ, ਠੀਕ ਹੈ। ਤਾਂ ਤੂੰ ਤਾਂ ਕਿਰਿਆ ਨਹੀਂ ਹੈ, ਪੜ੍ਹ ਕੀ ਹੈ ਇੱਥੇ, ਕਿਰਿਆ। ਬੀ ਸਾਡਾ ਕੀ ਆ ਜਾਏਗਾ ਇੱਥੇ, ਆਨਸਰ ਆ ਜਾਏਗਾ। ਮੈਂ ਪੜ੍ਹਿਆ ਸੀ ਵਿੱਚ ਕਿਹੜਾ ਸ਼ਬਦ ਕਿਰਿਆ ਹੈ। ਹਾਂਜੀ, ਹੁਣ ਇੱਥੇ ਕੀ ਹੈ, ਬੀਤੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਕਿ ਕੋਈ ਕੰਮ ਹੋਇਆ ਸੀ, ਇਹ ਮੈਂ ਪੜ੍ਹਿਆ ਸੀ, ਤਾਂ ਪੜ੍ਹਿਆ ਕੀ ਹੈ ਇੱਥੇ ਸਾਡੇ ਕੋਲ, ਕਿਰਿਆ ਹੈ, ਪੜ੍ਹਿਆ, ਠੀਕ ਹੈ ਜੀ। ਇਹ ਆਨਸਰ ਆ ਜਾਂਦਾ ਸਾਡਾ। ਤੇ ਉਸ ਤੋਂ ਬਾਅਦ ਅਸੀਂ ਦੇਖ ਲੈਂਦੇ ਹਾਂ ਰਾਜ ਹਾਕੀ ਖੇਡਦਾ ਹੈ ਵਿੱਚ ਕਿਹੜੀ ਕਿਰਿਆ ਹੈ। ਹੁਣ ਇਹ ਤੁਸੀਂ ਆਪਣੇ ਆਪ ਕੋਸ਼ਿਸ਼ ਕਰੋ, ਰਾਜ ਹਾਕੀ ਖੇਡਦਾ ਹੈ, ਜੇ ਸਾਡੇ ਕੋਲ ਹੋਵੇ ਰਾਜ ਖੇਡਦਾ ਹੈ ਤਾਂ ਇਹ ਆ ਗਈ ਸਾਡੇ ਕੋਲ ਅਕਰਮਕ ਕਿਰਿਆ। ਹੁਣ ਰਾਜ ਹਾਕੀ ਖੇਡਦਾ ਹੈ ਤਾਂ ਇਹ ਕਿਹੜੀ ਆ ਗਈ ਸਾਡੇ ਕੋਲ, ਸਕਰਮਕ ਕਿਰਿਆ ਆ ਗਈ। ਕਰਮ ਵੀ ਸਾਨੂੰ ਦਿੱਤਾ ਹੋਇਆ ਹੈ। ਕਰਮ ਹੈ ਕੀ ਇੱਥੇ, ਕਰਮ ਹੈ ਹਾਕੀ, ਤਾਂ ਇਹ ਸਾਡੀ ਆ ਜਾਂਦੀ ਹੈ ਆਪਸ਼ਨ ਬੀ, ਸਕਰਮਕ ਕਿਰਿਆ। ਤਾਂ ਅੱਜ ਇੰਨਾ ਹੀ, ਅੱਗੇ ਮਿਲਦੇ ਹਾਂ ਹੋਰ ਕੁਐਸਚਨਸ ਦੇ ਨਾਲ। ਚੰਗੀ ਤਰ੍ਹਾਂ ਆਪਣੀ ਤਿਆਰੀ ਕਰਦੇ ਰਹੋ। ਆਲ ਦਾ ਬੈਸਟ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ।